Hello, my dear friends. I hope you're doing well. I'm Mohit Dhingra. Welcome to CBC. ਸਟੂਡੈਂਟਸ ਜਿਸ ਤਰੀਕੇ ਨਾਲ ਆਪਾਂ ਡਿਸਕਸ ਕਰ ਰਹੇ ਸੀ ਆਪਣੀ ਪੰਜਾਬ ਪਟਵਾਰੀ ਲਈ ਸੁਪਰ ਸਪੈਸ਼ਲ ਸੀਰੀਜ਼ ਜਿਹਦੇ ਵਿੱਚ ਆਪਾਂ ਸਟੈਟਿਕ ਜੀਕੇ ਦੇ ਪਾਰਟ ਨੂੰ ਕਵਰ ਕਰ ਰਹੇ ਸੀ। ਇਹਦੇ ਵਿੱਚ ਆਪਾਂ ਆਪਣੀ ਹਿਸਟਰੀ, ਪੋਲਿਟੀ, ਜਿਓਗ੍ਰਾਫੀ, ਸਾਇੰਸ, ਇਕਨੋਮਿਕਸ ਐਂਡ ਥੋੜੀ ਕਰੰਟ ਅਫੇਅਰਸ ਨੂੰ ਵੀ ਆਪਾਂ ਡਿਸਕਸ ਕਰ ਰਹੇ ਸੀ ਜੋ ਕਿ ਆਪਣੇ ਐਗਜ਼ਾਮ ਪੁਆਇੰਟ ਆਫ View ਨਾਲ ਰੈਲੇਵੈਂਟ ਹੈ। ਇਸ ਤੋਂ ਇਲਾਵਾ ਆਪਾਂ ਮਿਸਲੇਨੀਅਸ ਟੌਪਿਕਸ ਲਾਈਕ ਕਰੰਸੀਜ਼, ਕੈਪੀਟਲਸ, ਹੈੱਡਕੁਆਟਰਸ ਹੋ ਗਏ, ਡੇਜ਼ ਹੋ ਗਏ, ਹੈ ਨਾ, ਰਿਵਰ ਸਾਈਡ ਸਿਟੀਜ਼ ਹੋ ਗਈਆਂ, ਹੈ ਨਾ, ਇੱਦਾਂ ਬਹੁਤ ਸਾਰੀਆਂ ਚੀਜ਼ਾਂ ਸਪੋਰਟਸ ਨਾਲ ਰਿਲੇਟਡ ਕੁਝ ਵੀ ਚੀਜ਼ ਜੋ ਕਿ ਆਪਣੇ ਐਗਜ਼ਾਮ ਪੁਆਇੰਟ ਆਫ View ਨਾਲ ਰੈਲੇਵੈਂਟ ਹੈ ਉਹਨਾਂ ਨੂੰ ਵੀ ਆਪਾਂ ਡਿਸਕਸ ਕਰ ਰਹੇ ਸੀ। ਨਾਲ ਦੇ ਨਾਲ ਤਾਂ ਹੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਤੇ ਕਾਫੀ ਜ਼ਿਆਦਾ ਰੈਲੇਵੈਂਟ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਦੱਸੀਆਂ ਜਾਂਦੀਆਂ, ਤਾਂ ਜ਼ਰੂਰ ਤੁਸੀਂ ਇਸ ਸੀਰੀਜ਼ ਨੂੰ ਫੋਲੋ ਕਰੋ ਅਤੇ ਆਪਣੀ ਪ੍ਰੈਪਰੇਸ਼ਨ ਨੂੰ ਹੋਰ ਜ਼ਿਆਦਾ ਅੱਛੇ ਤਰੀਕੇ ਨਾਲ ਬੂਸਟ ਕਰੋ। ਤਾਂ ਡਿਸਕਸ ਕਰਦੇ ਹਾਂ ਇਸ ਦਾ ਆਪਣਾ ਪਾਰਟ 20। ਅਤੇ ਇਸ ਤੋਂ ਪਹਿਲਾਂ ਆਪਾਂ 19 ਪਾਰਟ ਕਵਰ ਕਰ ਚੁੱਕੇ ਸੀ। ਜਿਨ੍ਹਾਂ ਨੇ ਉਹ ਨਹੀਂ ਦੇਖਿਆ ਤਾਂ ਉਹ ਆਪਣਾ ਦੇਖ ਸਕਦੇ ਹੋ। 19 ਪਾਰਟ ਤੱਕ ਆਪਾਂ ਇਹਨੂੰ ਅੱਛੇ ਤਰੀਕੇ ਨਾਲ ਡਿਸਕਸ ਕੀਤਾ ਸੀ। ਤਾਂ ਸਟਾਰਟ ਕਰਦੇ ਹਾਂ ਜੀ ਪਾਰਟ 20 ਦਾ ਆਪਣਾ ਫਸਟ ਕੁਐਸਚਨ। ਵਿਚ ਆਫ ਦਾ ਫੋਲੋਇੰਗ ਰਜਿਸਟਰਸ ਦਾ ਹਾਈਐਸਟ ਡੈਂਸਿਟੀ ਇਨ ਦਾ ਕੰਟਰੀ ਐਜ਼ ਪਰ ਸੈਂਸਸ 2011। ਤਾਂ 2011 ਦੀ ਜਿਹੜੀ ਜਨਗਣਨਾ ਹੋਈ ਉਹਦੇ ਅਕੋਰਡਿੰਗ ਆਪਣੀ ਹਾਈਐਸਟ ਡੈਂਸਿਟੀ ਪੋਪੂਲੇਸ਼ਨ ਡੈਂਸਿਟੀ ਦੱਸਣੀ ਹੈ ਵੀ ਇਹਨਾਂ ਆਪਸ਼ਨਸ ਦੇ ਵਿੱਚੋਂ ਕਿਹਦੀ ਹੈ। ਦੇਖੋ, ਡੈਂਸਿਟੀ ਆਫ ਪੋਪੂਲੇਸ਼ਨ ਕੀ ਹੁੰਦਾ ਹੈ? ਇਹਦਾ ਮਤਲਬ ਹੈ ਨੰਬਰ ਆਫ ਪਰਸਨਸ ਲਿਵਿੰਗ ਪਰ ਸਕੇਅਰ ਕਿਲੋਮੀਟਰ। 1 ਕਿਲੋਮੀਟਰ ਸਕੇਅਰ ਦੇ ਏਰੀਆ ਦੇ ਵਿੱਚ ਕਿੰਨੇ ਪਰਸਨਸ ਰਹਿ ਰਹੇ ਹੈ। ਤਾਂ ਅਵੇਲੇਬਲ ਆਪਸ਼ਨ ਦੇ ਵਿੱਚੋਂ ਆਪਣਾ ਆਨਸਰ ਹੋ ਜਾਊਗਾ ਦਿੱਲੀ। ਮਤਲਬ ਆਪਾਂ ਇਹ ਕਹਿ ਸਕਦੇ ਕਾਫੀ ਜ਼ਿਆਦਾ ਕੰਜਸਟਿਡ ਹੈ, ਮਤਲਬ ਬਹੁਤ ਜ਼ਿਆਦਾ ਲੋਕ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਰਹਿ ਰਹੇ ਹੈ। ਕਿੱਥੇ ਰਹਿ ਰਹੇ ਜੀ? ਦਿੱਲੀ ਦੇ ਵਿੱਚ। ਤੇ ਦਿੱਲੀ ਆਪਣੀ ਕੀ ਹੈ? ਨੈਸ਼ਨਲ ਕੈਪੀਟਲ ਟੈਰੀਟਰੀ ਆਫ ਨਿਊ ਦਿੱਲੀ, ਇੰਡੀਆ ਦੀ ਕੈਪੀਟਲ ਹੈ। ਚੰਡੀਗੜ੍ਹ ਦਾ ਕੁਐਸਚਨ ਕੀ ਹੋਊਗਾ? ਪੰਜਾਬ ਤੇ ਹਰਿਆਣਾ ਦੀ ਕੈਪੀਟਲ ਹੈ। ਕਿੰਨੇ ਨੂੰ ਡਿਜ਼ਾਈਨ ਕੀਤਾ ਸੀ? ਲੀ ਕਾਰਬੂਸੀਅਰ। ਆਪਾਂ ਨਾਲ ਡਿਸਕਸ਼ਨ ਮਤਲਬ ਰਿਵੀਜ਼ਨ ਵੀ ਕਰ ਰਹੇ ਹਾਂ, ਹੈ ਨਾ। ਤੇ ਵੈਸਟ ਬੰਗਾਲ ਦੀ ਕੈਪੀਟਲ ਹੈ ਜੀ ਕੋਲਕਾਤਾ। ਕੋਲਕਾਤਾ ਤੇ ਮੈਂ ਤੁਹਾਨੂੰ ਦੱਸਿਆ ਸੀ ਕੁਐਸਚਨ ਕੀ ਆਊਗਾ। ਕੋਲਕਾਤਾ ਨੂੰ ਕੀ ਬੋਲਦੇ ਆ? ਇਟ ਇਜ਼ ਆਲਸੋ ਨੋਨ ਐਜ਼ ਸਿਟੀ ਆਫ ਜੋਏ। ਸਿਟੀ ਆਫ ਜੋਏ ਬੋਲਿਆ ਜਾਂਦਾ, ਸਿਟੀ ਆਫ ਪੈਲੇਸਿਸ ਬੋਲਿਆ ਜਾਂਦਾ। ਕੋਲਕਾਤਾ ਤੇ ਇੰਪੋਰਟੈਂਟ ਚੀਜ਼ ਤੁਸੀਂ ਹੋਰ ਯਾਦ ਰੱਖਣੀ ਹੈ, ਇਹਨੂੰ ਹੁਗਲੀ, ਇਹ ਕਿਹੜੀ ਹੈ? ਹੁਗਲੀ ਨਦੀ ਦੇ ਕਿਨਾਰੇ। ਇਟ ਇਜ਼ ਔਨ ਦਾ ਬੈਂਕ ਆਫ ਰਿਵਰ ਹੁਗਲੀ, ਯਾਦ ਰੱਖਣਾ। ਕੋਲਕਾਤਾ ਐਂਡ ਹਾਵੜਾ ਦੋ ਸ਼ਹਿਰ ਹੈ ਵੈਸਟ ਬੰਗਾਲ ਦੇ, ਹੁਗਲੀ ਨਦੀ ਦੇ ਕਿਨਾਰੇ। ਤੇ ਜੇ ਇੰਡੀਆ ਦੀ ਮੈਕਸਿਮਮ ਪੋਪੂਲੇਸ਼ਨ ਪੁੱਛੀ ਜਾਵੇ, ਮੈਕਸਿਮਮ ਪੋਪੂਲੇਸ਼ਨ ਕਿੱਥੇ ਇੰਡੀਆ ਦੀ? ਯੂਪੀ ਦੇ ਵਿੱਚ। ਤੇ ਜੇ ਕੁਐਸਚਨ ਆ ਜੇ ਮੈਕਸਿਮਮ ਡੈਂਸਿਟੀ ਆਫ ਪੋਪੂਲੇਸ਼ਨ, ਮੈਕਸਿਮਮ ਡੈਂਸਿਟੀ ਆਫ ਪੋਪੂਲੇਸ਼ਨ ਜੇ ਸਟੇਟ ਦੀ ਗੱਲ ਕਰੀਏ ਪਰਟੀਕੂਲਰ, ਉਹ ਕਿਹੜੀ ਹੈ? ਬਿਹਾਰ। ਸਟੇਟ ਦੀ ਗੱਲ ਕਰੀਏ ਬਿਹਾਰ, ਤੇ ਯੂਟੀ ਕਿਹੜੀ ਹੋ ਜੂਗੀ? ਦਿੱਲੀ। ਚੱਲਦੇ ਜੀ ਅੱਜ ਦੇ ਆਪਣੇ ਸੈਕਿੰਡ ਕੁਐਸਚਨ ਤੇ। ਇਨ ਵਿਚ ਸਿਟੀ ਇਜ਼ ਦਾ ਫੋਰੈਸਟ ਰਿਸਰਚ ਇੰਸਟੀਟਿਊਟ ਆਫ ਇੰਡੀਆ ਲੋਕੇਟਡ। ਵੈਰੀ ਇੰਪੋਰਟੈਂਟ ਕੁਐਸਚਨ। ਦੇਖੋ, ਰਿਸਰਚ ਇੰਸਟੀਟਿਊਟਸ ਦਾ ਨਾਲ ਮੈਂ ਤੁਹਾਨੂੰ ਦੇਖੋ ਮਤਲਬ ਆਪਣੇ ਮਿਸਲੇਨੀਅਸ ਟੌਪਿਕਸ ਤੋਂ ਵੀ ਬਹੁਤ ਸਾਰੇ ਕੁਐਸਚਨਸ ਆਉਂਦੇ ਆ। ਹੁਣ ਇਹ ਮਿਸਲੇਨੀਅਸ ਟੌਪਿਕਸ ਹੈ ਜਿਵੇਂ ਰਿਸਰਚ ਇੰਸਟੀਟਿਊਟਸ ਹੋ ਗਏ, ਹੈੱਡਕੁਆਟਰਸ ਹੋ ਗਏ, ਹੈ ਨਾ। ਤਾਂ ਫੋਰੈਸਟ ਰਿਸਰਚ ਇੰਸਟੀਟਿਊਟ ਕਿੱਥੇ ਹੈ? ਇਹਦਾ ਹੈੱਡਕੁਆਟਰ ਹੈ ਜੀ ਦੇਹਰਾਦੂਨ। ਐਂਡ ਦੇਹਰਾਦੂਨ ਤੇ ਆਪਾਂ ਕੁਐਸਚਨ ਹੋਰ ਕੀਤਾ ਸੀ ਪ੍ਰੀਵੀਅਸ ਵੀਡੀਓਜ਼ ਦੇ ਵਿੱਚ। ਦੇਹਰਾਦੂਨ ਦੇ ਵਿੱਚ ਹੋਰ ਕਿਹਦੇ ਹੈੱਡਕੁਆਟਰ ਹੈ? ONGC। ONGC ਮਤਲਬ oil and natural gas corporation। ਕਾਫੀ ਇੰਪੋਰਟੈਂਟ ਹੈ। ਐਂਡ ਦੇਹਰਾਦੂਨ ਇਜ਼ ਦਾ ਕੈਪੀਟਲ ਆਫ ਉੱਤਰਾਖੰਡ। ਉੱਤਰਾਖੰਡ ਦੀ ਕੈਪੀਟਲ ਹੈ ਜੀ ਦੇਹਰਾਦੂਨ। ਤਾਂ ਬਾਕੀ ਆਪਸ਼ਨਸ ਨੂੰ ਡਿਸਕਸ ਕਰਦੇ ਹਾਂ। ਨਿਊ ਦਿੱਲੀ NCT ਆਫ ਇੰਡੀਆ। ਨਿਊ ਦਿੱਲੀ ਨੂੰ ਆਪਾਂ ਹੋਰ ਕੀ ਬੋਲਿਆ ਸੀ? ਸਿਟੀ ਆਫ ਰੈਲੀਜ਼। ਵੈਰੀ ਇੰਪੋਰਟੈਂਟ। ਸਿਟੀ ਆਫ ਰੈਲੀਜ਼ ਕਿਹਨੂੰ ਬੋਲਿਆ ਜਾਂਦਾ ਹੈ? ਨਿਊ ਦਿੱਲੀ। ਹੈਦਰਾਬਾਦ ਤੇ ਕੁਐਸਚਨ ਆਊਗਾ। ਹੈਦਰਾਬਾਦ ਇਜ਼ ਔਨ ਦਾ ਬੈਂਕ ਆਫ ਰਿਵਰ ਮੂਸੀ। ਮੂਸੀ ਨਦੀ ਦੇ ਕਿਨਾਰੇ ਹੈ। ਤੇ ਹੈਦਰਾਬਾਦ 'ਚ ਆਪਾਂ ਕੀ ਪੜ੍ਹਿਆ ਸੀ? ਚਾਰ ਮੀਨਾਰ। ਚਾਰ ਮੀਨਾਰ ਕਿੱਥੇ ਲੋਕੇਟਡ ਹੈ? ਹੈਦਰਾਬਾਦ। ਤੇ ਹੈਦਰਾਬਾਦ ਕਿਹਦੀ ਕੈਪੀਟਲ ਹੈ ਜੀ? ਤੇਲੰਗਾਨਾ ਦੇ। ਤੇਲੰਗਾਨਾ ਦੀ ਕੈਪੀਟਲ ਹੈ ਹੈਦਰਾਬਾਦ। ਦੇਹਰਾਦੂਨ ਹੋ ਗਿਆ ਉੱਤਰਾਖੰਡ ਦੀ। ਸ਼ਿਮਲਾ ਇਜ਼ ਦਾ ਕੈਪੀਟਲ ਆਫ ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਹੈ ਸ਼ਿਮਲਾ। ਥਰਡ ਕੁਐਸਚਨ ਹੈ ਵੇਅਰ ਇਜ਼ ਦਾ ਹੈੱਡਕੁਆਟਰ ਆਫ ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜੇਸ਼ਨ। ਦੇਖੋ, ਇਹਨੂੰ ਬੋਲਿਆ ਕੀ ਜਾਂਦਾ ਹੈ? ਇਹਨੂੰ ਵੈਸੇ ਬੋਲਿਆ ਜਾਂਦਾ ਹੈ ਇੰਟਰਪੋਲ। ਤੇ ਇੰਟਰਪੋਲ ਦੀ ਫੁੱਲ ਫਾਰਮ ਕੀ ਹੈ? ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜੇਸ਼ਨ। ਵੈਰੀ ਇੰਪੋਰਟੈਂਟ। ਤੇ ਇਹਦੇ ਹੈੱਡਕੁਆਟਰਸ ਹੈ ਜੀ ਸੀ ਆਪਸ਼ਨ ਲਿਓਨ ਦੇ ਵਿੱਚ। ਲਿਓਨ ਇੱਕ ਸਿਟੀ ਦਾ ਨਾਮ ਹੈ। ਇਹ ਸਿਟੀ ਕਿੱਥੇ ਹੈ ਜੀ? ਕਿਹੜੇ ਦੇਸ਼ 'ਚ ਹੈ? ਫਰਾਂਸ ਦੀ ਵੈਸੇ ਆਪਾਂ ਕੈਪੀਟਲ ਪੜ੍ਹੀ ਸੀ ਪੈਰਿਸ। ਪੈਰਿਸ ਦੇ ਵਿੱਚ ਤਾਂ ਯੂਨੈਸਕੋ ਦੇ ਹੈੱਡਕੁਆਟਰ ਹੈ। ਤੇ ਇੰਟਰਪੋਲ ਦੇ ਹੈੱਡਕੁਆਟਰ ਕਿੱਥੇ ਜੀ? ਲਿਓਨ ਦੇ ਵਿੱਚ। ਦੇਖੋ, ਇਹਨੂੰ ਆਪਾਂ ਕਿਵੇਂ ਯਾਦ ਰੱਖਣਾ ਹੈ? ਇਹਦੇ ਵਿੱਚ ਦੇਖੋ ਕੁਐਸਚਨ ਕੀ ਹੈ? ਕ੍ਰਿਮੀਨਲ ਪੁਲਿਸ ਮਤਲਬ ਆਪਾਂ ਇੱਦਾਂ ਯਾਦ ਰੱਖਣਾ ਵੀ ਪੁਲਿਸ ਮੰਨ ਲਓ ਕਿਸੇ ਕ੍ਰਿਮੀਨਲ ਨੂੰ ਪਕੜ ਰਹੀ ਹੈ ਤਾਂ ਉਹਦੇ ਲਈ ਪੁਲਿਸ ਨੂੰ ਬਹੁਤ ਤੇਜ਼ ਚੱਲਣਾ ਪਊਗਾ, ਬਹੁਤ ਤੇਜ਼ ਭੱਜਣਾ ਪਊਗਾ। ਕਿਵੇਂ ਭੱਜਣਾ ਪਊਗਾ? ਲੋਇਨ ਦੀ ਤਰ੍ਹਾਂ ਭੱਜਣਾ ਪਊ। ਤੇ ਲੋਇਨ ਤੋਂ ਯਾਦ ਰੱਖਣਾ ਲਿਓਨ। ਠੀਕ ਹੈ ਜੀ, ਇਸ ਤਰੀਕੇ ਨਾਲ ਆਪਾਂ ਯਾਦ ਰੱਖ ਸਕਦੇ। ਤਾਂ ਇੰਟਰਪੋਲ ਦੇ ਹੈੱਡਕੁਆਟਰ ਹੈ ਜੀ ਲਿਓਨ, ਫਰਾਂਸ ਦੇ ਵਿੱਚ। ਵੈਰੀ ਇੰਪੋਰਟੈਂਟ। ਬਾਕੀ ਆਪਸ਼ਨਸ ਦੇਖਦੇ ਹਾਂ। ਓਸਲੋ ਇਜ਼ ਦਾ ਕੈਪੀਟਲ ਆਫ ਨੋਰਵੇ। ਨੋਰਵੇ ਦੀ ਕੈਪੀਟਲ ਕੀ ਹੈ? ਓਸਲੋ। ਇਸ 'ਤੇ ਕੁਐਸਚਨ ਕੀ ਆਊਗਾ ਜੀ? ਨੋਬਲ ਪੀਸ ਪ੍ਰਾਈਜ਼। ਨੋਬਲ ਪੀਸ ਪ੍ਰਾਈਜ਼ ਕਿੱਥੇ ਦਿੱਤਾ ਜਾਂਦਾ? ਨੋਰਵੇ, ਓਸਲੋ। ਵੈਸੇ ਤਾਂ ਨੋਬਲ ਪ੍ਰਾਈਜ਼ ਟੋਟਲ 6 ਕੈਟੇਗਰੀਜ਼ 'ਚ ਦਿੱਤੇ ਜਾਂਦੇ ਆ, ਲੇਕਿਨ ਇਕੱਲਾ ਨੋਬਲ ਪੀਸ ਪ੍ਰਾਈਜ਼ ਹੈ ਜਿਹੜਾ ਉਹ ਕਿੱਥੇ ਦਿੱਤਾ ਜਾਂਦਾ? ਓਸਲੋ। ਓਸਲੋ ਕਿਹਦੀ ਕੈਪੀਟਲ ਹੈ? ਨੋਰਵੇ। ਬਰਲਿਨ ਇਜ਼ ਦਾ ਕੈਪੀਟਲ ਆਫ ਜਰਮਨੀ। ਵੈਰੀ ਇੰਪੋਰਟੈਂਟ। ਜਰਮਨੀ ਜਿਹੜੀ ਕੰਟਰੀ ਹੈ, ਜਰਮਨੀ ਦੀ ਕੈਪੀਟਲ ਕੀ ਹੈ? ਬਰਲਿਨ। ਵੈਰੀ ਇੰਪੋਰਟੈਂਟ। ਲਿਓਨ ਫਰਾਂਸ ਦਾ ਇੱਕ ਸ਼ਹਿਰ ਹੈ। ਜੂਰਿਚ 'ਤੇ ਕੀ ਕੁਐਸਚਨ ਆਊਗਾ? ਜੂਰਿਚ ਦੇ ਵਿੱਚ ਕਿਹਦੇ ਹੈੱਡਕੁਆਟਰ ਹੈ? ਫੀਫਾ ਦੇ।
ठीक है, ਆਪਾਂ याद किया फुटबॉल ਨਾਲ ਰਿਲੇਟਿਡ ਏਜੰਸੀ ਹੈ। ਹੈੱਡਕੁਆਟਰਸ ਆਪਾਂ ਜਿਵੇਂ ਯਾਦ ਕਰ ਰਹੇ ਸੀ, ਇੰਟਰਨੈਸ਼ਨਲ ਫੈਡਰੇਸ਼ਨ ਆਫ ਫੁੱਟਬਾਲ ਐਸੋਸੀਏਸ਼ਨ ਫੀਫਾ ਦੇ ਹੈੱਡਕੁਆਟਰ ਕਿੱਥੇ ਹੈ? ਜਿਊਰਿਚ ਵੀ ਕਿੱਥੇ ਹੈ ਜੀ? ਸਵਿਟਜ਼ਰਲੈਂਡ। फोर्थ क्वेश्चन है रविंद्रनाथ टैगोर वो नोबल प्राइज़ फॉर। रविंद्रनाथ टैगोर है ना, गुरुदेव इन्हों आप किस नाम तो जानते जी? इन्हों उपाधि दी जाती है गुरुदेव की। वेरी इंपॉर्टेंट याद रखिए, गुरुदेव है ना, विश्व गुरु भी बोलिया जाता इन्हों। तो रविंद्रनाथ टैगोर नूं नोबल प्राइज़ मिले सी लिटरेचर के। वेरी इंपॉर्टेंट क्वेश्चन, लिटरेचर की कैटेगरी च इन्हों मिले सी। देखो पहले एशियन से, फस्ट इंडियन भी कह सकते हो जिन्होंने नोबल प्राइज़ मिले। फस्ट एशियन भी ਸੀਗੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ 1913 ਦੇ ਵਿੱਚ। ਆਪਾਂ ਨੂੰ ਇਹ ਵੀ ਪੁੱਛ ਸਕਦੇ ਜੀ ਕਿਹੜੀ ਬੁੱਕ ਦੇ ਲਈ ਇਹਨਾਂ ਨੂੰ ਮਿਲਿਆ ਸੀ? ਤਾਂ ਬੁੱਕ ਇਹਨਾਂ ਨੇ ਲਿਖੀ ਸੀ ਗੀਤਾਂਜਲੀ। ਗੀਤਾਂਜਲੀ ਬੁੱਕ ਲਈ ਮਿਲਿਆ ਸੀ। ਤਾਂ ਗੀਤਾਂਜਲੀ ਤੋਂ ਇਲਾਵਾ ਤੁਸੀਂ ਗੋਰਾ ਵੀ ਯਾਦ ਰੱਖ ਸਕਦੇ ਹੋ। ਤਾਂ ਗੀਤਾਂਜਲੀ ਤੇ ਗੋਰਾ ਦੋਨੋਂ ਬੁੱਕਸ ਕਿੰਨੇ ਲਿਖੀਆਂ ਸੀ? ਰਵਿੰਦਰਨਾਥ ਟੈਗੋਰ। ਵੈਸੇ ਨੋਬਲ ਪ੍ਰਾਈਜ਼ ਕਿਹਦੇ ਲਈ ਮਿਲਿਆ ਸੀ? ਗੀਤਾਂਜਲੀ ਲਈ 1913 ਦੇ ਵਿੱਚ। ਫਿਜ਼ਿਕਸ ਦੇ ਵਿੱਚ ਸਭ ਤੋਂ ਪਹਿਲਾਂ ਨੋਬਲ ਪ੍ਰਾਈਜ਼ ਮਿਲਿਆ ਸੀ CV ਰਮਨ, ਜਿਨ੍ਹਾਂ ਦੀ ਯਾਦ ਵਿੱਚ ਨੈਸ਼ਨਲ ਸਾਇੰਸ ਡੇ ਮਨਾਇਆ ਜਾਂਦਾ ਹੈ। ਕਦੋਂ ਮਨਾਇਆ ਜਾਂਦਾ ਹੈ? 28 ਫਰਵਰੀ। ਠੀਕ ਹੈ। ਅਤੇ ਪੀਸ ਦੇ ਵਿੱਚ हो गया इकोनॉमिक स्टडी। ये सारी कैटेगरीज ਦੇ ਵਿੱਚ ਦਿੱਤਾ ਜਾਂਦਾ। ਟੋਟਲ 6 ਕੈਟੇਗਰੀਜ਼ ਦੇ ਵਿੱਚ ਦਿੱਤਾ ਜਾਂਦਾ ਨੋਬਲ ਪ੍ਰਾਈਜ਼। ਕਿੱਥੇ ਦਿੱਤਾ ਜਾਂਦਾ ਹੈ? ਤਾਂ ਜੇ ਆ ਜੇ ਨੋਬਲ ਪੀਸ ਪ੍ਰਾਈਜ਼, ਉਹ ਤਾਂ ਦਿੱਤਾ ਜਾਂਦਾ ਜੀ ਓਸਲੋ। ਓਸਲੋ ਕਿਹਦੀ ਕੈਪੀਟਲ ਹੈ? ਨਾਰਵੇ। ਬਾਕੀ ਜਿਹੜੇ 5 ਬਚੇ ਉਹ ਕਿੱਥੇ ਦਿੱਤੇ ਜਾਂਦੇ ਆ? ਸਟਾਕਹੋਮ। ਸਟਾਕਹੋਮ ਕਿਹਦੀ ਕੈਪੀਟਲ ਹੈ? ਸਟਾਕਹੋਮ ਇਜ਼ ਦ ਕੈਪੀਟਲ ਆਫ ਸਵੀਡਨ। ਸਵੀਡਨ ਦੀ ਕੈਪੀਟਲ ਹੈ ਸਟਾਕਹੋਮ। ਤਾਂ ਟੋਟਲ 6 ਹੋ ਗਏ। ਇੱਕ ਦਿੱਤਾ ਜਾਂਦਾ ਪੀਸ ਓਸਲੋ 'ਚ, ਬਾਕੀ 5 ਦਿੱਤੇ ਜਾਂਦੇ ਆ ਸਟਾਕਹੋਮ ਸਵੀਡਨ। चलते जी अपने नैक्सट क्वेश्चन ते। द बुक ओडेसिटी ऑफ होप हैज़ बिन रिटन बाय। द बुक का नाम की है जी? द ओडेसिटी ऑफ होप। देखो काफ़ी इंपॉर्टेंट बुक है ओडेसिटी ऑफ होप। इस बुक को किन्ने लिखा है? द फोर्थ ऑप्शन करैक्ट आंसर है बराक ओबामा। बराक ओबामा जो कि फॉर्मर प्रेजिडेंट रह चुके हैं किते USA के, यूनाइटेड स्टेट्स ऑफ अमेरिका के फॉर्मर प्रेजिडेंट। देखो USA बारे एक चीज़ तुसी याद रखनी है, USA के जो भी कोई प्रेजिडेंट बनता उसका कार्यकाल कितना होंदा? 4 साल, 4 ईयरस होंदा। तो मैक्सीमम 2 टाइम्स बन सकता है। USA ਦੇ ਵਿੱਚ ਕੋਈ ਵੀ ਪ੍ਰੈਜ਼ੀਡੈਂਟ ਮੈਕਸਿਮਮ 2 ਟਾਈਮ ਬਣ ਸਕਦਾ। ਇੰਡੀਆ ਦੇ ਵਿੱਚ ਤਾਂ ਉਹ ਜਿੰਨੀ ਵਾਰ ਮਰਜ਼ੀ ਬਣ ਸਕਦਾ। ਆਈ ਮੀਨ ਇਲੈਕਸ਼ਨਸ ਦੇ ਨਾਲ, ਇਲੈਕਸ਼ਨ 'ਚ ਜਿੱਤ ਜੇ ਜਿੰਨੀ ਵਾਰ ਮਰਜ਼ੀ ਬਣ ਸਕਦਾ। ਬਟ USA 'ਚ ਸਿਰਫ ਕੰਡੀਸ਼ਨ ਹੈ ਵੀ 2 ਵਾਰ ਹੀ ਬਣ ਸਕਦਾ। ਠੀਕ ਹੈ, ਯਾਦ ਰੱਖਣਾ। ਤਾਂ ਓਡੈਸਿਟੀ ਆਫ ਹੋਪ ਬੁੱਕ ਨੇ ਲਿਖੀ ਸੀ ਬਰਾਕ ਓਬਾਮਾ ਨੇ। ਵੈਰੀ ਇੰਪੋਰਟੈਂਟ ਹੈ। ਬਾਕੀ ਵਿਕਰਮ ਸੇਠ 'ਤੇ ਆਪਾਂ ਨੂੰ ਇੱਕ ਬੁੱਕ ਪੁੱਛੀ ਜਾਂਦੀ ਹੈ। ਇਸ ਬੁੱਕ ਦਾ ਨਾਮ ਹੈ ਏ ਸੁਟੇਬਲ ਬॉय। ਵੈਰੀ ਇੰਪੋਰਟੈਂਟ। ਆ ਬੁੱਕ ਵੀ ਕਾਫੀ ਇੰਪੋਰਟੈਂਟ ਹੈ। ਸੁਟੇਬਲ बॉय बुक किन्ने लिखिया? विक्रम सेठ। बाकी भी सारे फेमस ऑथर्स है, अरविंद अडीगा, नियंत्र सहगल, ये सारे फेमस ऑथर्स के नाम लिखे हुए हैं। ये सारे तुसी याद रखने। बुक्स के क्वेश्चन अपन एग्जाम के जरूर आऊगा। ठीक है जी। बुक्स अपन वैसे ही पढ़निया चाहिए है ना। अच्छी हैबिट है बुक रीडिंग करना। बिकॉज कहा जाता है बिकॉज जोड़े अच्छे रीडर होंगे वही अच्छे लीडर्स बनते हैं है ना। रीडर्स बिकम लीडर्स। जोड़े रीडर्स होंगे वही लीडर्स बनते। तो अच्छी रीडिंग करो है ना। ब्रुक्स अपना फ्रेंड बनाओ। 6 क्वेश्चन है इंडियन फस्ट इंडियन टू स्विम अक्रॉस इंग्लिश चैनल। पहले इंडियन देखो इतने इंडियन लिखा यानी कि इतने ऐ नहीं क्या कि भी पर्टिकुलर आप मेल दसना कि फीमेल। तो जो इदा का कुछ ना लिखा हो तो आप मेल ही कंसीडर करना। तो पहले मेल इंडियन से जिन्होंने इंग्लिश चैनल एक समुद्री रस्ता है, समुद्र है जिन्हें इन्हों क्रॉस किया वो से मिहिर सेन। वैरी इंपॉर्टेंट। तो सैकेंड ऑप्शन इसका करैक्ट आंसर है मिहिर सेन। जे अपन क्वेश्चन आ जाए भी फस्ट वूमैन कौन सी, फस्ट इंडियन वूमैन टू स्विम अक्रॉस इंग्लिश चैनल, तो यदा मैं तुम्हें पिछली सीरीज़ भी दसिया सी। इसका आंसर हो जाऊगा जी आरती साहा। ठीक है। तो पहली वूमैन सी इंडियन आरती साहा। तो पहले इंडियन मेल से इन्हों का नाम है जी मिहिर सेन। वैरी इंपॉर्टेंट क्वेश्चन। नैक्सट क्वेश्चन फिर अपना बुक तो है जी राज तरंगनी वॉज रिटन बाय। राज तरंगनी बुक को किन्ने लिखा? वेरी इंपॉर्टेंट बुक है जी हिस्टरी की। राज तरंगनी बुक सब तो पहला तो आप ये याद रखना है इट इज़ बेस्ड अपॉन द रूलर्स या प्रिंसिस ऑफ जम्मू एंड कश्मीर। ये जम्मू कश्मीर के उत्ते बेस्ड एक बुक है राज तरंगनी। तो इस बुक को किन्ने लिखा सी? फस्ट ऑप्शन का करैक्ट आंसर है जी कलहन। तो वैरी इंपॉर्टेंट राज तरंगनी वॉज रिटन बाय कलहन। वैरी इंपॉर्टेंट। ठीक है जी। इस तो इलावा आप ऑप्शनस देखते हैं। हर्षवर्धन ने किहड़ी बुक लिखी सी? इस बुक का नाम है जी रत्नावली। वैरी इंपॉर्टेंट। रत्नावली हो गया, प्रियदर्शिका हो गया। रत्नावली, प्रियदर्शिका, ये 2 बुक्स प्लेज है, नाटक है, काफ़ी इंपॉर्टेंट है। इन्होंने किन्ने लिखिया? वरदान वंश के राजा, पुष्यभूति वंश के राजा जिन्हों का नाम सी हर्षवर्धन। वैरी इंपॉर्टेंट। कौटिल्या,
ਕੋਟਿਲਿਆ ਵੀ ਕਾਫੀ ਇੰਪੋਰਟੈਂਟ ਹੈ। ਮੌर्य ਵੰਸ਼ ਦੇ ਰਾਜਾ ਚੰਦਰਗੁਪਤ ਮੌर्य ਦੇ ਪੋਲੀਟੀਕਲ ਐਡਵਾਈਜ਼ਰ ਜਾਂ ਪੋਲੀਟੀਕਲ ਗੁਰੂ ਸੀਗੇ, ਹਿਸਟਰੀ ਦਾ ਕੁਐਸਚਨ ਹੈ। ਅਤੇ ਇਹਨਾਂ ਨੇ ਬੁੱਕ ਲਿਖੀ ਸੀ ਅਰਥ ਸ਼ਾਸਤਰਾ, ਇਹ ਵੀ ਬੁੱਕ ਪੁੱਛਿਆ ਜਾਂਦਾ। ਅਰਥ ਸ਼ਾਸਤਰਾ ਬੁੱਕ ਵਾਜ਼ ਰਿਟਨ ਬਾਏ ਕੋਟਿਲਿਆ, ਹੈ ਨਾ। ਨਾਲ ਨਾਲ ਆਪਾਂ ਰਿਵੀਜ਼ਨ ਵੀ ਹੋ ਰਹੀ ਹੈ। ਦੇਖੋ ਕੋਟਿਲਿਆ 'ਤੇ ਹੋਰ ਕੁਐਸਚਨ ਕੀ ਆਉਂਦਾ, ਇਹਨਾਂ ਦਾ ਰੀਅਲ ਨੇਮ ਕੀ ਸੀ। ਕੋਟਿਲਿਆ ਦਾ ਰੀਅਲ ਨੇਮ ਹੈ ਜੀ ਵਿਸ਼ਨੂਗੁਪਤ। ਇਸ ਤੋਂ ਇਲਾਵਾ ਇਹਨਾਂ ਨੂੰ ਚਾਣਕਯ ਦੇ ਨਾਮ ਤੋਂ ਵੀ ਜਾਣਿਆ ਜਾਂਦਾ। ਤਾਂ ਤਿੰਨੋਂ ਇੱਕੋ ਗੱਲ ਹੀ ਹੈ ਜੀ, ਵਿਸ਼ਨੂੰ ਗੁਪਤ, ਚਾਣਕਯ, ਕੋਟਿਲਿਆ। ਜਿਵੇਂ ਨੀਲ, ਨਿਤਿਨ, ਮੁਕੇਸ਼ ਇੱਕੋ ਗੱਲ ਹੀ ਹੈ, ਉਵੇਂ ਵਿਸ਼ਨੂਗੁਪਤ, ਚਾਣਕਯ ਅਤੇ ਕੋਟਿਲਿਆ ਇੱਕੋ ਗੱਲ ਹੀ ਹੈ। ਠੀਕ ਹੈ ਜੀ। 8th ਕੁਐਸਚਨ ਹੈ ਜੀ, ਹੂ ਇਨਵੈਂਟਡ ਡਾਇਨਾਮਾਈਟ। ਡਾਇਨਾਮਾਈਟ, ਤਾਂ ਡਾਇਨਾਮਾਈਟ ਦੀ ਖੋਜ ਕਿਹਨੇ ਕੀਤੀ ਸੀ। ਇਹਦਾ ਆਨਸਰ ਹੈ ਜੀ ਸੈਕਿੰਡ ਆਪਸ਼ਨ, ਐਲਫਰਡ ਨੋਬਲ। ਐਲਫਰਡ ਨੋਬਲ ਦੀ ਯਾਦ ਦੇ ਵਿੱਚ ਜਿਹੜੇ ਆਪਾਂ ਦੁਨੀਆ ਦੇ ਸਭ ਤੋਂ ਫੇਮਸ ਅਵਾਰਡ ਦਿੱਤੇ ਜਾਂਦੇ ਆ, ਨੋਬਲ ਪ੍ਰਾਈਜ਼ ਵੀ ਇਹਨਾਂ ਦੀ ਯਾਦ ਦੇ ਵਿੱਚ ਦਿੱਤੇ ਜਾਂਦੇ ਹੈ ਨਾ। ਤਾਂ ਦੇਖੋ ਇੰਪੋਰਟੈਂਟ ਕਿਉਂ ਹੈ, ਦੇਖੋ ਇਹਨਾਂ ਨੇ ਸਭ ਤੋਂ ਪਹਿਲਾਂ ਡਾਇਨਾਮਾਈਟ ਦੀ ਖੋਜ ਮਾਈਨਿੰਗ ਪਰਪਸ ਵਾਸਤੇ, ਕੰਸਟਰਕਟਿਵ ਪਰਪਸ ਵਾਸਤੇ ਸ਼ੁਰੂ ਕੀਤੀ ਸੀ, ਵੀ ਤਾਂ ਕਿ ਇਹਦਾ ਕੰਸਟਰਕਟਿਵ ਯੂਜ਼ ਹੋ ਸਕੇ, ਹੈ ਨਾ। ਤਾਂ ਐਲਫਰਡ ਨੋਬਲ ਦੀ ਯਾਦ ਦੇ ਵਿੱਚ ਨੋਬਲ ਪ੍ਰਾਈਜ਼ ਦਿੱਤੇ ਜਾਂਦੇ ਬਿਕੋਜ਼ ਇਹਨਾਂ ਨੇ ਕਿਸ ਚੀਜ਼ ਦੀ ਖੋਜ ਕੀਤੀ ਸੀ, ਡਾਇਨਾਮਾਈਟ। ਵੈਰੀ ਇੰਪੋਰਟੈਂਟ। ਨੋਬਲ ਪ੍ਰਾਈਜ਼ ਟੋਟਲ ਕਿੰਨੀ ਕੈਟਾਗਰੀਜ਼ 'ਚ ਦਿੱਤਾ ਜਾਂਦਾ, 6। ਦੇਖੋ ਇੱਕ ਤਾਂ ਹੁੰਦਾ ਜੀ ਅਵਾਰਡ ਮਿਲਣਾ, ਤਾਂ ਦੇਖੋ ਕਿਸੇ ਨੂੰ ਅਵਾਰਡ ਮਿਲਣਾ ਬਹੁਤ ਅੱਛੀ ਗੱਲ ਹੁੰਦੀ ਹੈ ਨਾ, ਆਪਾਂ ਖੁਸ਼ ਹੋ ਜਾਂਦੇ ਹਾਂ ਕਿਸੇ ਨੂੰ ਅਵਾਰਡ ਮਿਲਣਾ। ਪਰ ਇਸ ਤੋਂ ਵੀ ਵੱਡੀ ਖੁਸ਼ੀ ਵਾਲੀ ਗੱਲ ਤੁਸੀਂ ਸੋਚ ਕੇ ਦੇਖੋ ਵੀ ਜਿਹਦੇ ਨਾਮ 'ਤੇ ਅਵਾਰਡ ਮਿਲ ਰਿਹਾ ਹੈ ਨਾ, ਤਾਂ ਅਲਫਰਡ ਨੋਬਲ, ਇਹਦੀ ਯਾਦ ਦੇ ਵਿੱਚ ਇਹਨਾਂ ਦੇ ਨਾਮ 'ਤੇ ਇੱਕ ਅਵਾਰਡ ਮਿਲ ਰਿਹਾ। ਤਾਂ ਠੀਕ ਹੈ, ਅਵਾਰਡ ਵੀ ਮਿਲਣਾ ਚਾਹੀਦਾ, ਬਟ ਇੱਦਾਂ ਦੇ ਕੰਮ ਕੁਝ ਕਰਨਾ ਚਾਹੀਦਾ ਵੀ ਆਪਣੀ ਯਾਦ ਦੇ ਵਿੱਚ ਅਵਾਰਡ ਮਿਲੇ, ਹੈ ਨਾ। ਤਾਂ ਇਹ ਵੀ ਬਹੁਤ ਉੱਚੀ ਗੱਲ ਆ। ਮੈਂ ਥੋੜ੍ਹਾ ਅੱਛਾ ਮਤਲਬ ਜੇ ਆਪਾਂ ਇਹਨੂੰ ਸੋਚੀਏ, ਹੈ ਨਾ, ਅਵਾਰਡ ਮਿਲਣਾ ਤਾਂ ਦੇਖੋ ਆਪਾਂ ਯਾਦ ਕਰਦੇ ਰਹਿੰਦੇ ਹਾਂ ਜੀ, ਇਹਨੂੰ ਅਵਾਰਡ ਮਿਲਿਆ, ਉਹਨੂੰ ਅਵਾਰਡ ਮਿਲਿਆ, ਪਰ ਜਿਹਦੀ ਯਾਦ 'ਚ ਮਿਲ ਰਿਹਾ ਯਾਰ, ਉਹ ਵੀ ਤਾਂ ਬਹੁਤ ਵੱਡੀ ਗੱਲ ਹੈ ਨਾ। ਤਾਂ ਉਹ ਵੀ ਯਾਦ ਰੱਖੋ, ਹੈ ਨਾ। ਤਾਂ ਇੱਦਾਂ ਦੇ ਪਰਸਨ ਤੋਂ ਇੰਸਪਾਇਰ ਹੋ, ਆਪਣੀ ਲਾਈਫ ਨੂੰ ਅੱਛਾ ਲੀਡ ਕਰੋ। ਚਲੋ ਬਾਕੀ ਆਪਸ਼ਨਸ ਦੇਖਦੇ ਹਾਂ ਜੀ। JB ਡਨਲਪ, ਇਹਨਾਂ ਨੇ ਇਨਵੈਂਟ ਕੀਤੇ ਸੀ ਕਾਰ ਦੇ ਟਾਇਰ। ਕਾਰ ਟਾਇਰ, ਇਹ ਤੁਹਾਨੂੰ ਕੁਐਸਚਨ ਆ ਸਕਦਾ। ਇਨਵੈਂਸ਼ਨਸ ਤੋਂ ਆਪਣਾ ਟੌਪਿਕ ਇੱਥੇ ਕਵਰ ਹੋ ਰਿਹਾ, ਇਨਵੈਂਸ਼ਨ ਐਂਡ ਡਿਸਕਵਰੀ, ਹੈ ਨਾ। ਮੈਂ ਨਾਲ ਨਾਲ ਤੁਹਾਨੂੰ ਟੌਪਿਕ ਵੀ ਦੱਸ ਰਿਹਾ, ਤੇ ਕੋਈ ਸਾਰੇ ਟੌਪਿਕਸ ਮੈਂ ਤੁਹਾਨੂੰ ਨਾਲ ਲੈ ਕੇ ਚੱਲ ਰਿਹਾ। ਸਿੰਗਲ ਚੀਜ਼ ਤੁਹਾਨੂੰ ਇਸ ਸੀਰੀਜ਼ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਰਹੀ ਹੈ। ਤਾਂ ਤੁਸੀਂ ਦੇਖੋ ਵਿਸ਼ਵਾਸ ਕਰਨਾ ਇਹਨਾਂ ਕੁਐਸਚਨਸ 'ਤੇ, ਜ਼ਰੂਰ ਇਹਨਾਂ ਕੁਐਸਚਨਸ ਨੂੰ ਦੇਖਣਾ। ਦੇਖੋ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ, ਜੇ ਤੁਸੀਂ ਵਿਸ਼ਵਾਸ ਕਰੋਗੇ ਤਾਂ ਜ਼ਰੂਰ ਤੁਹਾਨੂੰ ਇਹ ਚੀਜ਼ਾਂ ਐਗਜ਼ਾਮ 'ਚ ਦੇਖਣ ਨੂੰ ਮਿਲਣਗੀਆਂ। ਤਾਂ ਇਨਵੈਂਸ਼ਨ ਐਂਡ ਡਿਸਕਵਰੀ ਤੋਂ ਕੁਐਸਚਨ ਹੈ ਜੀ। JB ਡਨਲਪ, ਇਹਨਾਂ ਨੇ ਡਿਸਕਵਰ ਕੀਤੇ ਸੀ ਕਾਰ ਟਾਇਰ। ਚਲੋ ਚਲਦੇ ਜੀ 9th ਕੁਐਸਚਨ, ਵੈਰੀ ਇੰਪੋਰਟੈਂਟ ਕੁਐਸਚਨ। ਵਰਲਡ ਇਨਵਾਇਰਨਮੈਂਟ ਡੇ ਮਨਾਇਆ ਜਾਂਦਾ 5 ਜੂਨ। ਇਹਨੂੰ ਆਪਾਂ ਯਾਦ ਕੀਤਾ ਸੀ E ਤੋਂ। ਇਨਵਾਇਰਨਮੈਂਟ E ਤੋਂ ਸਟਾਰਟ ਹੁੰਦਾ ਹੈ, ਅਤੇ E ਦੀ ਪੋਜੀਸ਼ਨ ਵੈਸੇ ਵੀ ਅਲਫਾਬੈਟੀਕਲ ਆਰਡਰ 'ਚ 5 ਹੈ। ਬਾਕੀ ਇਹਨੂੰ ਆਪਾਂ ਹੋਰ ਕਿਵੇਂ ਯਾਦ ਰੱਖ ਸਕਦੇ ਹਾਂ, E ਦਾ ਆਪਾਂ E ਇੱਦਾਂ ਪੈਂਦਾ, ਹੈ ਨਾ। ਤਾਂ E ਦਾ ਆਪਾਂ ਇੱਧਰੋਂ ਜੇ ਰੇਸ ਕਰ ਦਿਆ ਕੀ ਬਣ ਜਾਂਦਾ, 5 ਬਣ ਜਾਂਦਾ, ਹੈ ਨਾ। 5 + 1 ਕਿੰਨਾ ਹੁੰਦਾ, 6। ਤਾਂ 6 'ਚ ਕਿਹੜਾ ਮੰਥ ਆਉਂਦਾ, ਜੂਨ। 6ਵਾਂ ਮਹੀਨਾ ਜੂਨ ਦਾ ਹੁੰਦਾ। ਵਰਲਡ ਇਨਵਾਇਰਨਮੈਂਟ ਡੇ ਕਦੋਂ ਮਨਾਇਆ ਜਾਂਦਾ, 5 ਜੂਨ ਨੂੰ। ਵੈਰੀ ਇੰਪੋਰਟੈਂਟ, ਹੈ ਨਾ। ਬਹੁਤ ਇੰਪੋਰਟੈਂਟ ਡੇ ਹੈ ਇਹ, ਜੋ ਸੈਲੀਬ੍ਰੇਟ ਕੀਤਾ ਜਾਂਦਾ, ਵਰਲਡ ਇਨਵਾਇਰਨਮੈਂਟ ਡੇ। ਇਸ ਤੋਂ ਇਲਾਵਾ ਆਪਾਂ ਕੁਛ ਹੋਰ ਡੇਜ਼ ਨੂੰ ਵੀ ਯਾਦ ਕੀਤਾ ਸੀ, ਜਿਵੇਂ ਜੁਲਾਈ ਦਾ 1 ਜੁਲਾਈ ਨੂੰ ਆਪਾਂ ਕਿਹੜਾ ਡੇ ਯਾਦ ਕੀਤਾ ਸੀ, ਵਰਲਡ ਡਾਕਟਰਸ ਡੇ। ਕਾਫੀ ਇੰਪੋਰਟੈਂਟ ਹੈ। ਵਰਲਡ ਡਾਕਟਰਸ ਡੇ ਕਦੋਂ ਮਨਾਇਆ ਜਾਂਦਾ ਹੈ, 1 ਜੁਲਾਈ। ਅਤੇ 11 ਜੁਲਾਈ, ਹਾਂ 11 ਜੁਲਾਈ ਨੂੰ ਆਪਾਂ ਯਾਦ ਕੀਤਾ ਸੀ ਵਰਲਡ ਪੋਪੂਲੇਸ਼ਨ ਡੇ। 11 ਜੁਲਾਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਵਰਲਡ ਪੋਪੂਲੇਸ਼ਨ ਡੇ। ਠੀਕ ਹੈ, ਸਾਰੇ ਕੁਝ ਇੰਪੋਰਟੈਂਟ ਡੇਜ਼ ਹੈ। 5 ਜੂਨ ਦਾ ਹੋ ਗਿਆ ਵਰਲਡ ਇਨਵਾਇਰਨਮੈਂਟ ਡੇ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਹੈ ਜੀ ਅੱਜ ਦਾ ਆਪਣਾ ਲਾਸਟ ਕੁਐਸਚਨ। ਹੂ ਅਮੰਗ ਦਾ ਫੋਲੋਇੰਗ ਇਜ਼ ਦਾ ਫਸਟ ਏਸ਼ੀਅਨ ਵਿਨਰ ਆਫ ਨੋਬਲ ਪ੍ਰਾਈਜ਼। ਤਾਂ ਪਿੱਛੇ ਆਪਾਂ ਡਿਸਕਸ ਕਰਕੇ ਆਏ ਜੀ, ਪਹਿਲੇ ਏਸ਼ੀਅਨ ਨੋਬਲ ਪ੍ਰਾਈਜ਼ ਵਿਨਰ ਸੀ ਡਾਕਟਰ ਰਬਿੰਦਰ ਨਾਥ ਟੈਗੋਰ। ਵੈਰੀ ਇੰਪੋਰਟੈਂਟ, ਰਬਿੰਦਰ ਨਾਥ ਟੈਗੋਰ। ਠੀਕ ਹੈ, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ। 1913 ਦੇ ਵਿੱਚ ਪਹਿਲੇ ਇੰਡੀਅਨ ਸੀਗੇ, ਹੈ ਨਾ, ਪੂਰੇ ਏਸ਼ੀਅਨ ਵੀ ਸੀਗੇ। ਅਤੇ ਕਿਹੜੀ ਬੁੱਕ ਲਈ ਮਿਲਿਆ ਸੀ, ਗੀਤਾਂਜਲੀ, ਹੈ ਨਾ, ਗੀਤਾਂਜਲੀ ਮਿਲਿਆ ਸੀ। ਇਸ ਤੋਂ ਇਲਾਵਾ ਆਪਾਂ ਇਹਨਾਂ ਦੀ ਕਿਹੜੀ ਬੁੱਕ ਯਾਦ ਰੱਖਣੀ ਹੈ, ਗੋਰਾ। ਇਹ ਦੋਨੋਂ ਬੁੱਕਸ ਆਪਾਂ ਨੂੰ ਪੁੱਛ ਸਕਦੇ ਕਿਹਨਾਂ ਲਿਖੀ, ਰਬਿੰਦਰ ਨਾਥ ਟੈਗੋਰ। ਇਹਨਾਂ ਨੂੰ ਕਿਹੜੀ ਉਪਾਧੀ ਦਿੱਤੀ ਜਾਂਦੀ ਹੈ, ਗੁਰੂਦੇਵ ਇਹਨਾਂ ਨੂੰ ਉਪਾਧੀ ਦਿੱਤੀ ਜਾਂਦੀ ਹੈ। ਗੁਰੂਦੇਵ ਰਬਿੰਦਰ ਨਾਥ, ਜਾਂ ਫਿਰ ਵਿਸ਼ਵ ਗੁਰੂ, ਇਹ ਵੀ ਯਾਦ ਰੱਖ ਸਕਦੇ ਹਾਂ, ਵਿਸ਼ਵ ਗੁਰੂ ਵੀ ਕਿਹਨੂੰ ਕਿਹਾ ਜਾਂਦਾ, ਰਬਿੰਦਰ ਨਾਥ ਟੈਗੋਰ। ਮਦਰ ਟੈਰੇਸਾ ਨੂੰ ਕਿਹੜਾ ਪ੍ਰਾਈਜ਼ ਮਿਲ ਚੁੱਕਿਆ, ਨੋਬਲ ਪੀਸ ਪ੍ਰਾਈਜ਼ ਮਿਲ ਚੁੱਕਿਆ। CV ਰਮਨ ਨੂੰ ਕਿਹੜਾ ਮਿਲ ਚੁੱਕਿਆ, ਫਸਟ ਇੰਡੀਅਨ ਟੂ ਗੈਟ ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਦੇ ਵਿੱਚ ਮਿਲਿਆ ਸੀ। ਅਤੇ ਇਹਨਾਂ ਦੀ ਯਾਦ ਦੇ ਵਿੱਚ ਕਿਹੜਾ ਡੇ ਮਨਾਇਆ ਜਾਂਦਾ ਹੈ, ਨੈਸ਼ਨਲ ਸਾਇੰਸ ਡੇ।
ਨੈਸ਼ਨਲ ਸਾਇੰਸ ਡੇ ਕਿਹਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ? ਡਾਕਟਰ ਸੀ.ਵੀ. ਰਮਨ। ਅਤੇ ਨੈਸ਼ਨਲ ਸਾਇੰਸ ਡੇ ਹੁੰਦਾ ਕਦੋਂ ਹੈ ਜੀ? ਇਹ ਹੁੰਦਾ ਜੀ 28 ਫਰਵਰੀ। ਇਹਨੂੰ ਆਪਾਂ ਕਿਵੇਂ ਯਾਦ ਕੀਤਾ ਸੀ? 28 ਤੋਂ ਬਾਅਦ ਦੇਖੋ 29 ਤਾਂ 4 ਸਾਲਾਂ ਬਾਅਦ ਆਉਂਦੀ ਹੈ ਨਾ, ਤਾਂ ਇਹਦੇ ਪਿੱਛੇ ਕੀ ਇੱਕ ਸਾਇੰਸ ਹੈ ਨਾ, ਇਹਦੇ ਪਿੱਛੇ ਇੱਕ ਸਾਇੰਸ ਹੈ, ਮਤਲਬ ਸਾਇੰਸ ਦਾ ਫਿਨੋਮੀਨਾ। ਤਾਂ ਸੀ.ਵੀ. ਰਮਨ ਜੀ ਦੀ ਯਾਦ ਦੇ ਵਿੱਚ ਕੀ ਮਨਾਇਆ ਜਾਂਦਾ 28 ਫਰਵਰੀ ਨੂੰ? ਨੈਸ਼ਨਲ ਸਾਇੰਸ ਡੇ। ਠੀਕ ਹੈ ਜੀ। ਤਾਂ ਇਹ ਸੀ ਸਾਰੇ ਆਪਣੇ ਇੰਪੋਰਟੈਂਟ ਕੁਐਸਚਨਸ ਅੱਜ ਦੇ। ਆਈ ਹੋਪ ਤੁਸੀਂ ਅੱਛੇ ਤਰੀਕੇ ਨਾਲ ਆਪਣੀ ਤਿਆਰੀ ਕਰ ਰਹੇ ਹੋ ਹੈ ਨਾ। ਜੇ ਕਦੇ ਵੀ ਆਪਣੀ ਪਟਵਾਰੀ ਦੀ ਵੈਕੈਂਸੀ ਆਊਟ ਹੋ ਸਕਦੀ ਹੈ। ਇਸ ਤੋਂ ਇਲਾਵਾ ਆਪਾਂ ਜਿਹੜਾ ਕੋਰਸ ਸਟਾਰਟ ਕੀਤਾ ਹੋਇਆ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਜੇਈ ਸਿਵਲ ਦਾ ਹੈ ਨਾ, ਉਹਨੂੰ ਵੀ ਤੁਸੀਂ ਆਪਣੀ ਐਪ ਤੋਂ ਪਰਚੇਜ਼ ਕਰ ਸਕਦੇ ਹੋ, CBC ਐਗਜ਼ਾਮ ਗੁਰੂ। ਇਸ ਤੋਂ ਇਲਾਵਾ ਆਪਾਂ ਇੱਕ ਕ੍ਰੈਸ਼ ਕੋਰਸ ਵੀ ਸਟਾਰਟ ਕੀਤਾ ਜੋ ਕਿ PCS ਦੇ ਲਈ ਆਪਾਂ ਸ਼ੁਰੂ ਕੀਤਾ ਸਪੈਸ਼ਲੀ, ਤਾਂ ਉਸ ਕੋਰਸ ਨੂੰ ਵੀ ਤੁਸੀਂ ਆਪਣਾ ਪਰਚੇਜ਼ ਕਰ ਸਕਦੇ ਹੋ। ਆਪਣੇ ਡੇਲੀ ਕੁਇਜ਼ਿਸ ਕਰੰਟ ਅਫੇਅਰਸ ਨੂੰ ਰੀਡ ਕਰ ਸਕਦੇ ਹੋ ਅਤੇ ਇਸ ਐਪ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ, CBC ਐਗਜ਼ਾਮ ਗੁਰੂ। ਅਤੇ ਇਸ ਤੋਂ ਪਹਿਲਾਂ ਆਪਾਂ 15 ਜਿਹੜੇ ਸੀਰੀਜ਼ ਜਾਂ 20 ਤੱਕ ਜਿਹੜੀ ਸੀਰੀਜ਼ ਪਾਈਆਂ ਉਹਨਾਂ ਦੀ PDFs ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ। ਓਕੇ ਸਟੂਡੈਂਟਸ, ਥੈਂਕ ਯੂ, ਬੈਸਟ ਆਫ ਲੱਕ। ਮਿਲਦੇ ਜੀ ਨੈਕਸਟ ਸੈਸ਼ਨ 'ਚ।